ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਨਿਜਮਾਂ ਬਲੀ ਦੇ ਚਮਤਕਾਰ ਇਸ ਦੀ ਇੱਕ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਸੰਸਾਰ ਦੇ ਅੰਦਰ ਅਗਰ ਕਿਸੇ ਨੇ ਦੁਨਿਆਵੀ ਤਰੱਕੀ ਕਰਨੀ ਆ ਤੇ ਉਹਨੂੰ ਸੰਸਾਰ ਦੇ ਕੰਮਾਂ ਦੇ ਵਿੱਚ ਸਮੇਂ ਦੀ ਵੰਡ ਕਰਨੀ ਪੈਂਦੀ ਆ। ਸੋ ਸਮੇਂ ਦੀ ਵੰਡ ਕਰਨ ਦੇ ਨਾਲ ਇਹ ਜਿਹੜਾ ਸੰਸਾਰਕ ਧੰਦੇ ਆ, ਸੰਸਾਰਕ ਕੰਮ ਆ, ਬੜੇ ਸਹਿਜ ਤਰੀਕੇ ਨਾਲ, ਬੜੇ ਸਰਲ ਭਾਵਨਾ ਜਿਹੜੇ ਆ ਇਨਸਾਨ ਕਰ ਸਕਦਾ ਹੈਗਾ। ਸੋ ਕਿਸ ਕੰਮ ਨੂੰ ਅਸੀਂ ਜ਼ਿਆਦਾ ਟਾਈਮ ਦੇਣਾ, ਕਿਸ ਨੂੰ ਘੱਟ ਦੇਣਾ ਹੈਗਾ, ਇਹ ਉਸ ਵਿਅਕਤੀ ਦੇ ਉੱਤੇ ਨਿਰਭਰ ਹੈਗਾ ਜਿਸ ਨੇ ਜਿਸ ਵੀ ਕੰਮ ਦੇ ਵਿੱਚ ਤਰੱਕੀ ਕਰਨੀ ਹੋਵੇ। ਇਸੇ ਤਰ੍ਹਾਂ ਹੈ ਨਾ, ਜਿਹੜਾ ਰੂਹਾਨੀਅਤ ਦਾ ਜੀਵਨ ਹੈ, ਪਰਮਾਰਥ ਦਾ ਮਾਰਗ ਹੈ, ਇਸ ਦੇ ਵਿੱਚ ਜੋ ਨਿਯਮ ਹੈ, ਜੋ ਕਾਨੂੰਨ ਆ, ਅਗਰ ਕੋਈ ਇਨਸਾਨ ਇਹਨਾਂ ਕਾਨੂੰਨਾਂ ਦੇ ਉੱਪਰ ਤੁਰਨ ਲੱਗ ਪਵੇ, ਇਹਨਾਂ ਦੇ ਵਿੱਚੋਂ ਕਿਸੇ ਵਿਸ਼ੇਸ਼ ਕਾਨੂੰਨ ਜਿਹੜਾ ਆਪਣੇ ਜੀਵਨ ਦੇ ਵਿੱਚ ਅਪਣਾ ਲਵੇ, ਫਿਰ ਉਹਦੀ ਤਰੱਕੀ ਜਿਹੜੀ ਆ ਸੰਸਾਰ ਦੇ ਵਿੱਚ ਬੜੀ ਛੇਤੀ ਹੋ ਜਾਂਦੀ ਹੈ। ਸੋ ਇਹ ਨਿਯਮਾਂ ਦੇ ਉੱਤੇ ਪਹਿਰਾ ਦੇਣਾ, ਇਹ ਜਿਹੜਾ ਪਰਮਾਰਥ ਦਾ ਪਾਂਧੀ ਹੁੰਦਾ ਹੈਗਾ, ਉਹਦੇ ਵਾਸਤੇ ਚਾਹੇ ਮੁਸ਼ਕਲ ਹੁੰਦਾ ਹੈ, ਪਰ ਅਗਰ ਉਹ ਤੁਰਦਾ ਰਹੇ ਤੇ ਇਸ ਕੰਮ ਨੂੰ ਆਪਣੀ ਜ਼ਿੰਦਗੀ ਦੇ ਪਹਿਲ ਦੇ ਆਧਾਰ 'ਤੇ ਕਰਦਾ ਰਹੇ ਤੇ ਕਿਸੇ ਵੀ ਬੰਧਨ ਤੋਂ, ਕਿਸੇ ਵੀ ਰੁਕਾਵਟ ਤੋਂ ਜਿਹੜਾ ਹੈਗਾ ਉਹ ਇਹਨਾਂ ਦੀਆਂ ਹੱਦਬੰਦਾਂ ਨੂੰ ਪਾਰ ਕਰ ਦੇਵੇ ਤੇ ਇਸ ਨਿਯਮ ਕਾਨੂੰਨ ਦੀ ਪਾਲਣਾ ਕਰੇ, ਤਾਂ ਫਿਰ ਉਹ ਸਹਿਜ ਦਾ ਜੋ ਮਾਰਗ ਹੈ, ਜੋ ਸਹਿਜ ਦਾ ਅਸਥਾਨ ਹੈ, ਜੋ ਉਹਦੀ ਮਨ ਦੀ ਅਡੋਲਤਾ ਹੈਗੀ ਆ, ਉਸ ਨੂੰ ਸਹਿਜੇ ਪ੍ਰਾਪਤ ਹੋ ਜਾਂਦੀ। ਫਿਰ ਉਹ ਆਪਣੀ ਮੰਜ਼ਿਲ ਦੇ ਬਿਲਕੁਲ ਕਰੀਬ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਦੇ ਨਾ ਇੱਕ ਨਹੀਂ ਅਨੇਕਾਂ ਉਦਾਹਰਨ ਜਿਹੜੇ ਮਿਲਦੇ ਆ, ਕਿਉਂਕਿ ਜਿਹੜੇ ਇਨਸਾਨ ਪਰਮਾਰਥ ਦੇ ਮਾਰਗ 'ਤੇ ਤੁਰਨਾ ਚਾਹੁੰਦੇ ਆ ਲੇਕਿਨ ਉਹ ਉਸ ਮਾਰਗ ਦੇ ਵਿੱਚ ਤੁਰਦੇ ਹੋਏ ਕਿਸੇ ਨਿਯਮ ਕਾਨੂੰਨ ਨੂੰ ਨਹੀਂ ਪਾਲਦੇ, ਤਾਂ ਫਿਰ ਭਾਈ ਉਹਨਾਂ ਦੀ ਮੰਜ਼ਿਲ ਜਿਹੜੀ ਆ ਉਹ ਕਾਫੀ ਦੂਰ ਰਹਿ ਜਾਂਦੀ ਆ। ਜਿੰਨੀ ਕੁ ਦੂਰ ਰਹਿ ਜਾਂਦੀ ਹੈ ਜਿਵੇਂ ਕੋਹਲੂ ਦਾ ਬੈਲ ਹੋਵੇ, ਭਾਵੇਂ ਸਾਰਾ ਦਿਨ ਚੱਲਣ, ਪਰ ਸ਼ਾਮ ਨੂੰ ਜਦੋਂ ਉਹ ਬੈਲ ਦੀ ਤਰ੍ਹਾਂ ਆਪਣੇ ਮੁੱਖ ਦੇ ਅੱਖਾਂ ਤੋਂ ਖੋਪੇ ਲਾਵੇਗਾ ਤਾਂ ਫਿਰ ਉਹਨੂੰ ਪਤਾ ਲੱਗੇਗਾ ਕਿ ਭਾਈ ਮੈਂ ਤਾਂ ਸਾਰਾ ਦਿਨ ਤੁਰਦਾ ਰਿਹਾ, ਪਰ ਅਖੀਰ ਜਿੱਥੋਂ ਚੱਲਿਆ ਸੀ ਉੱਥੇ ਦਾ ਉੱਥੇ ਹੀ ਆ। ਇਸ ਕਰਕੇ ਜਿਹੜੇ ਇਨਸਾਨ ਨਿਯਮ ਦੇ ਉੱਤੇ ਪੂਰੇ ਪਾਬੰਦ ਰਹਿੰਦੇ ਆ, ਉਹਨਾਂ ਦੇ ਮਨਾਂ ਦੇ ਵਿੱਚ ਵਾਹਿਗੁਰੂ ਦੇ ਪ੍ਰਤੀ ਅਪਾਰ ਸ਼ਰਧਾ ਬਣਦੀ ਆ ਅਤੇ ਸਤਿਗੁਰੂ ਵੀ ਜਿਹੜੇ ਆ ਉਸ ਨੂੰ ਆਪਣੀ ਨਜ਼ਰ ਦੇ ਵਿੱਚ ਪਹਿਲ ਦੇ ਆਧਾਰ 'ਤੇ ਦੇਖਦੇ ਆ ਅਤੇ ਉਹਦੀ ਹਰ ਸਮੇਂ ਸਹਾਇਤਾ ਕਰਦੇ ਆ। ਸੋ ਇਸ ਦੇ ਇੱਕ ਨਹੀਂ ਅਨੇਕਾਂ ਪ੍ਰਮਾਣ ਸਾਨੂੰ ਦੇਖਣ ਦੇ ਵਿੱਚ ਮਿਲਦੇ ਆ, ਜਿਨ੍ਹਾਂ ਪਾਂਧੀਆਂ ਨੇ ਪਰਮਾਰਥ ਦੇ ਮਾਰਗ ਦੇ ਉੱਪਰ ਚੱਲਣ ਵਾਸਤੇ ਸੰਤਾਂ ਮਹਾਂਪੁਰਖਾਂ ਦੇ ਕਿਸੇ ਇੱਕ ਵੀ ਨਿਯਮ ਕਾਨੂੰਨ ਦੇ ਉੱਤੇ ਪਹਿਰਾ ਦਿੱਤਾ, ਉਹਨਾਂ ਦੀ ਜੈ ਜੈਕਾਰ ਸੰਸਾਰ ਦੇ ਵਿੱਚ ਹੋਈ ਹੈ। ਸੋ ਜਿਵੇਂ ਇੱਕ ਸੱਜਣ ਸੰਨਿਆਸੀ ਆ ਬੰਬੇ ਦੇ, ਉਹ ਮਹਾਂਪੁਰਖਾਂ ਦੇ ਨਾਲ ਬਚਨ ਸਾਂਝੇ ਕਰਦੇ ਸੀਗੇ ਕਿ ਇੱਕ ਵਾਰ ਜਦੋਂ ਉਹਨਾਂ ਨੇ ਸੰਨਿਆਸ ਮਾਰਗ ਅਪਣਾਉਣਾ ਸੀਗਾ, ਉਸ ਤੋਂ ਪਹਿਲਾਂ ਕਹਿੰਦੇ ਵੀ ਜਿਹੜੇ ਮਹਾਤਮਾ ਮੇਰੇ ਕੋਲ ਆਏ ਸੀ ਉਹਨਾਂ ਨੇ ਮੈਨੂੰ ਇੱਕ ਨਿਯਮ ਦਿੱਤਾ ਸੀਗਾ ਕਿ ਤੁਸੀਂ ਆਹ ਜਿਹੜਾ 1 ਘੰਟਾ ਹੈਗਾ, 1 ਘੰਟਾ ਰੋਜ਼ ਧਿਆਨ ਦੇ ਵਿੱਚ ਬੈਠਣਾ ਹੈਗਾ ਅਤੇ ਇਹ ਧਿਆਨ ਦੇ ਵਿੱਚ ਬੈਠਣਾ ਹੈਗਾ ਅਤੇ ਇਹਦੇ ਵਿੱਚ ਤੁਸੀਂ ਪਦਮ ਆਸਣ ਲਾ ਕੇ ਆਪਣਾ ਜੋ ਯੋਗ ਕਿਰਿਆ ਸਾਧਨਾ ਉਹ ਕਰਨੀ ਆ। ਅਤੇ ਇਸ ਉੱਤੇ ਕਹਿੰਦੇ ਤੁਸੀਂ ਨਾ ਬਿਲਕੁਲ ਪਹਿਰਾ ਦੇਣਾ ਹੋਵੇ। ਦੁਨੀਆ ਦਾ ਕੋਈ ਵੀ ਕੰਮ ਹੋਵੇ, ਕੋਈ ਵੀ ਕਾਰਜ ਹੋਵੇ, ਉਸ ਕੰਮ ਕਾਰਜ ਨੂੰ ਛਿੱਕੇ ਟੰਗਦੇ ਹੋਏ ਤੁਸੀਂ ਆਹ ਜਿਹੜਾ 1 ਘੰਟਾ ਭਜਨ ਸਿਮਰਨ ਹੈ, ਇਸ ਦੇ ਵਿੱਚ ਆਪਣੇ ਮਨ ਨੂੰ ਪੂਰਾ ਕਾਗਰ ਕਰਕੇ ਲਾਉਣਾ ਹੈਗਾ। ਸੋ ਸੱਜਣ ਜਿਹੜੇ ਸੀਗੇ ਇਸ ਤਰ੍ਹਾਂ ਹੀ ਇਸ ਦੀ ਰੋਜ਼ ਪਾਲਣਾ ਕਰਦੇ ਰਹੇ। ਕਾਫੀ ਸਮਾਂ ਉਹਨਾਂ ਨੇ ਇਹ ਜਿਹੜੀ ਨਾਮ ਅਭਿਆਸ ਦਾ ਜੋ ਸਾਧਨ ਸੀ, ਜੋ ਕਿਰਿਆ ਸੀਗੀ, ਇਸ ਨੂੰ ਜਾਰੀ ਰੱਖਿਆ। ਇੱਕ ਵਾਰ ਉਹ ਸੰਨਿਆਸੀ ਦੱਸਦੇ ਸੀਗੇ ਕਿ ਇੱਕ ਵਾਰ ਉਹ ਕਿਸੇ ਜਹਾਜ਼ ਦੀ ਫਲਾਈਟ ਦੇ ਵਿੱਚ ਜਦ ਆ ਰਹੇ ਸੀ ਅਤੇ ਉਸ ਟਾਈਮ ਕਹਿੰਦੇ ਜਹਾਜ਼ ਦੇ ਵਿੱਚ ਲੌਸਮੈਂਟ ਹੋਈ ਕਿ ਜਿਹੜਾ ਜਹਾਜ਼ ਹੈਗਾ ਉਹ ਥੱਲੇ ਜ਼ਮੀਨ ਦੇ ਉੱਤੇ ਲੈਂਡ ਹੋ ਰਿਹਾ, ਇਸ ਕਰਕੇ ਜਿੰਨੇ ਵੀ ਮੁਸਾਫਰ ਆ ਉਹ ਆਪਣੀਆਂ ਬੈਲਟਾਂ ਅਤੇ ਪੇਟੀਆਂ ਜਿਹੜੀਆਂ ਉਹ ਬੰਨ੍ਹ ਲੈਣ। ਜਦੋਂ ਕਹਿੰਦੇ ਸਾਰੇ ਮੁਸਾਫਰਾਂ ਨੇ ਆਪਣੀ ਜਹਾਜ਼ ਦੀਆਂ ਬੈਲਟਾਂ ਪੇਟੀਆਂ ਜਿਹੜੀਆਂ ਉਹ ਬੰਨ੍ਹੀਆਂ ਅਤੇ ਕਹਿੰਦੇ ਅਚਨਚੇਤ ਮੇਰੀ ਨਜ਼ਰ ਟਾਈਮ 'ਤੇ ਪਈ ਤਾਂ ਮੈਂ ਕੀ ਦੇਖਿਆ ਕਿ ਮੇਰਾ ਉਸ ਸਮੇਂ ਦੇ ਹਿਸਾਬ ਦੇ ਨਾਲ ਧਿਆਨ ਮਾਰਗ ਦਾ ਟਾਈਮ ਹੋ ਗਿਆ ਸੀ। ਕਹਿੰਦੇ ਜਦੋਂ ਮੇਰਾ ਧਿਆਨ ਮਾਰਗ ਦਾ ਟਾਈਮ ਹੋਇਆ ਅਤੇ ਮੇਰੇ ਮਨ ਦੇ ਵਿੱਚ ਆਇਆ ਵੀ ਜਹਾਜ਼ ਵੀ ਲੈਂਡ ਹੋ ਰਿਹਾ ਹੈਗਾ ਅਤੇ ਜਿਹੜਾ ਟਾਈਮ ਆ ਉਹ ਵੀ ਆ ਗਿਆ ਹੈਗਾ, ਅਤੇ ਇਸ ਕਰਕੇ ਹੁਣ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ। ਪਰ ਅੰਦਰੋਂ ਆਵਾਜ਼ ਆਈ, ਭਾਈ ਇਹ ਤੇਰਾ ਇਮਤਿਹਾਨ ਹੈਗਾ, ਅਗਰ ਤੂੰ ਇਸ ਇਮਤਿਹਾਨ ਦੇ ਵਿੱਚ ਪਾਸ ਹੋ ਜਾਊਗਾ, ਨਿਕਲ ਜਾਊਗਾ ਅਤੇ ਫਿਰ ਵਾਹਿਗੁਰੂ ਦੇ ਦਰਵਾਜ਼ੇ ਦੇ ਤੂੰ ਬਿਲਕੁਲ ਕਰੀਬ ਪਹੁੰਚ ਜਾਊਗਾ। ਕਹਿੰਦੇ ਜਦੋਂ ਮਨ ਦੇ ਵਿੱਚ ਇਹ ਜਿਹੜੀ ਆਵਾਜ਼ ਮੇਰੇ ਅੰਦਰੋਂ ਆਈ ਆ, ਯਕਦਮ ਮਨ ਦੇ ਵਿੱਚ ਉਤਸ਼ਾਹ ਆਇਆ। ਮੈਂ ਮਨ ਦੇ ਵਿੱਚ ਇਹ ਸੰਕਲਪ ਕੀਤਾ ਵੀ ਚਾਹੇ ਕੁਛ ਵੀ ਹੋਵੇ,
ਹੁਣ ਕਹਿੰਦੇ ਵੀ ਮੈਂ ਇਸੇ ਹੀ ਜਹਾਜ਼ ਦੀ ਸੀਟ ਦੇ ਉੱਤੇ ਪਦਮ ਆਸਣ ਲਾ ਕੇ ਬੈਠ ਜਾਣਾ ਹੈਗਾ ਅਤੇ 1 ਘੰਟਾ ਆਪਣਾ ਧਿਆਨ ਮਾਰਗ ਦੇ ਵਿੱਚ ਉਸ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰਨਾ। ਕਹਿੰਦੇ ਸੋਚਦੇ ਹਾਂ ਸਾਰੀ ਜਹਾਜ਼ ਜਿਹੜਾ ਸੀ ਥੱਲੇ ਉਤਰਿਆ ਸੀ ਲੈਂਡ ਹੋਣ ਵਾਸਤੇ, ਅਤੇ ਮੈਂ ਕਹਿੰਦੇ ਆਪਣਾ ਜਿਹੜਾ ਸੀਗਾ ਉਸੇ ਹੀ ਸੀਟ ਦੇ ਉੱਤੇ ਪਦਮ ਆਸਣ ਲਾ ਕੇ ਬੈਠ ਗਿਆ। ਜੋ ਪਦਮ ਆਸਣ ਲਾ ਕੇ ਧਿਆਨ ਦੇ ਵਿੱਚ ਬੈਠਾ, ਬਸ ਕਹਿੰਦੇ ਫਿਰ ਕੀ ਸੀ, ਜਿਉਂ ਹੀ ਮੈਂ ਜਿਹੜਾ ਨਿਯਮ ਸ਼ੁਰੂ ਕਰ ਦਿੱਤਾ, ਕਾਰਨ ਐਸਾ ਬਣਿਆ ਕਿ ਉਹ ਜਿਹੜਾ ਜਹਾਜ਼ ਉਸ ਏਅਰਪੋਰਟ ਦੇ ਉੱਤੇ ਲੈਂਡ ਹੋਣਾ ਸੀਗਾ, ਉਹਦੇ ਵਿੱਚ ਕਹਿੰਦੇ ਵੀ ਉੱਧਰੋਂ ਆਵਾਜ਼ ਆ ਗਈ, ਭਾਈ ਕਿਸੇ ਕਾਰਨਾਂ ਕਰਕੇ ਇਹ ਜਿਹੜਾ ਜਹਾਜ਼ ਵਾ ਹਜੇ ਲੈਂਡ ਨਹੀਂ ਹੋ ਸਕਦਾ, ਇਸ ਕਰਕੇ ਕੁਛ ਟਾਈਮ ਇਹ ਜਹਾਜ਼ ਜਿਹੜਾ ਏਅਰਪੋਰਟ ਦੇ ਉੱਪਰ ਜਿਹੜਾ ਹੈਗਾ ਵੇਟ ਕਰੇ। ਕਹਿੰਦੇ ਇੰਨੇ ਕਹਿਣ ਦੀ ਡੇਟ ਸੀ, ਉਹ ਪਾਇਲਟ ਨੂੰ ਫਿਰ ਜਹਾਜ਼ ਜਿਹੜਾ ਸੀ ਉੱਪਰ ਚੱਕਣਾ ਪੈ ਗਿਆ, ਅਤੇ ਜਦੋਂ ਉੱਪਰ ਚੱਕਣਾ ਪੈ ਗਿਆ ਜਹਾਜ਼ ਏਅਰਪੋਰਟ ਦੇ ਉੱਤੇ ਹੀ ਕਹਿੰਦੇ ਫਿਰ ਘੁੰਮਣ ਲੱਗ ਪਿਆ। ਜਦ ਤੱਕ ਕਹਿੰਦੇ 1 ਘੰਟਾ ਮੇਰੇ ਧਿਆਨ ਦਾ ਬਤੀਤ ਨਹੀਂ ਹੋਇਆ, ਤਦ ਤੱਕ ਉਹ ਜਹਾਜ਼ ਉਸ ਏਅਰਪੋਰਟ ਦੇ ਉੱਤੇ ਲੈਂਡ ਨਹੀਂ ਹੋਇਆ, ਥੱਲੇ ਉਤਰਿਆ ਨਹੀਂ। ਪਰ ਜਦੋਂ ਕਹਿੰਦੇ ਮੇਰਾ ਜਿਹੜਾ ਸੀਗਾ ਉਹ ਸਿਮਰਨ ਸਾਧਨਾ ਦਾ 1 ਘੰਟੇ ਦਾ ਧਿਆਨ ਪੂਰਾ ਹੋ ਗਿਆ, ਉਸ ਤੋਂ ਬਾਅਦ ਕਹਿੰਦੇ ਜਦ ਅਸੀਂ ਆਪਣੀ ਨਜ਼ਰ ਖੋਲ੍ਹੀ ਤਾਂ ਫਿਰ ਕਹਿੰਦੇ ਅਲੌਸਮੈਂਟ ਹੋਈ ਵੀ ਹੁਣ ਜਿਹੜਾ ਥੱਲੇ ਸਾਰਾ ਕੁਛ ਕਲੀਅਰ ਹੈ, ਸਾਫ਼ ਹੈਗਾ। ਉਹਨੇ ਹਰੀ ਝੰਡੀ ਦੇ ਦਿੱਤੀ ਵੀ ਜਹਾਜ਼ ਜਿਹੜਾ ਹੁਣ ਏਅਰਪੋਰਟ ਦੇ ਉੱਤੇ ਉਤਰ ਸਕਦਾ ਹੈਗਾ। ਉਸ ਤੋਂ ਬਾਅਦ ਫਿਰ ਕਹਿੰਦੇ ਜਹਾਜ਼ ਥੱਲੇ ਉਤਰਿਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਵਾਹਿਗੁਰੂ ਜਿਹੜਾ ਹੈ ਨਾ, ਆਪਣੇ ਜਿਹੜੇ ਗੁਰਮੁਖ ਪਿਆਰੇ ਆ, ਜਿਹੜੇ ਨਿਯਮ ਕਾਨੂੰਨ ਦੇ ਉੱਤੇ ਪੂਰਾ ਪਹਿਰਾ ਦਿੰਦੇ ਆ, ਉਹਨਾਂ ਦੇ ਬਿਰਧ ਦੀ ਜੋ ਰੱਖਿਆ ਹੈ ਪਰਮੇਸ਼ਰ ਆਪ ਕਰਦਾ, ਆਪਣਾ ਬਿਰਧ ਆਪ ਪਾਲਦਾ ਹੈਗਾ। ਇਸ ਤਰ੍ਹਾਂ ਇੱਕ ਸੱਜਣ ਜਿਹੜੇ ਸੀ ਉਹ ਵੀ ਦੱਸਦੇ ਸੀਗੇ ਕਿ ਇੱਕ ਵਾਰ ਉਹਨਾਂ ਨੇ ਨਿਯਮ ਬਣਾਇਆ ਸੀਗਾ ਕਿ ਜਿਸ ਘਰ ਦੇ ਵਿੱਚ ਉਹ ਰਹਿੰਦੇ ਸੀਗੇ, ਉਸ ਘਰ ਦੇ ਥੱਲੇ ਉਹਨਾਂ ਨੇ ਇੱਕ ਬੱਚਿਆਂ ਦਾ ਸਕੂਲ ਖੋਲ੍ਹਿਆ ਸੀਗਾ, ਅਤੇ ਬੱਚਿਆਂ ਦਾ ਸਕੂਲ ਖੋਲ੍ਹਣ ਤੋਂ ਬਾਅਦ ਜਿੰਨੀਆਂ ਜੋ ਟਿਊਸ਼ਨ ਫੀਸ ਸੀ ਬੜੇ ਸਸਤੇ ਰੇਟ 'ਤੇ ਕਹਿੰਦੇ ਅਸੀਂ ਬੱਚਿਆਂ ਤੋਂ ਪ੍ਰਾਪਤ ਕਰਦੇ ਸੀਗੇ, ਤਾਂ ਜੋ ਸਿਰਫ ਘਰ ਦਾ ਨਿਰਵਾਹ ਹੋ ਸਕੇ ਅਤੇ ਕਿਸੇ ਬੱਚਿਆਂ ਦੇ ਮਾਪਿਆਂ ਦੇ ਉੱਤੇ ਕਿਸੇ ਤਰ੍ਹਾਂ ਦਾ ਬੋਝ ਨਾ ਆਵੇ। ਅਤੇ ਕਹਿੰਦੇ ਵੀ ਜਿਸ ਕਾਰਨ ਕਰਕੇ ਜਿਹੜੇ ਬੱਚੇ ਸੀ ਮੇਰੇ ਪਾਸ ਬਹੁਤ ਜ਼ਿਆਦਾ ਪੜ੍ਹਨ ਆਉਂਦੇ ਹੁੰਦੇ ਸੀ, ਅਤੇ ਮੈਂ ਇਹ ਨਿਯਮ ਬਣਾ ਲਿਆ ਸੀਗਾ ਕਿ ਜਦ ਤੱਕ ਮੈਂ ਬੱਚਿਆਂ ਦੀ ਕਲਾਸ ਲੈਣੀ ਆ ਤਦ ਤੱਕ ਮੈਂ 1 ਮਿੰਟ ਵੀ ਇਸ ਕਮਰੇ 'ਚੋਂ ਬਾਹਰ ਨਹੀਂ ਜਾਣਾ, ਅਤੇ ਬੱਚਿਆਂ ਨੂੰ ਤਨ ਮਨ ਦੇਹੀ ਦੇ ਨਾਲ ਜਿਹੜਾ ਪੜ੍ਹਾਈ ਦੇ ਵਿੱਚ ਪੂਰੀ ਇਕਾਗਰਤਾ ਨਾਲ ਪੜ੍ਹਾਉਣਾ ਹੈਗਾ। ਕਹਿੰਦੇ ਇਹ ਜਿਹੜਾ ਨਿਯਮ ਸੀਗਾ ਮੈਂ ਕਹਿੰਦੇ ਮਨ ਦੇ ਵਿੱਚ ਪੱਕੀ ਤਰ੍ਹਾਂ ਧਾਰਨ ਕਰ ਲਿਆ। ਪਰ ਜਦੋਂ ਕਹਿੰਦੇ ਇਸ ਤਰ੍ਹਾਂ ਮੈਂ ਬੱਚਿਆਂ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ, ਫਿਰ ਕੀ ਸੀ, ਕਹਿੰਦੇ ਉਹ ਵੀ ਸਮਾਂ ਆਇਆ ਜਦੋਂ ਉਹ ਅਕਾਲ ਪੁਰਖ ਜਿਹੜਾ ਉਹ ਇਮਤਿਹਾਨ ਲੈਂਦਾ ਹੈ। ਕਿਉਂਕਿ ਕਹਿੰਦੇ ਥੱਲੇ ਕਲਾਸਾਂ ਲੈਂਦੀਆਂ ਸੀਗੀਆਂ ਅਤੇ ਉੱਪਰ ਮੈਂ ਉਸੇ ਹੀ ਘਰ ਦੇ ਉੱਪਰ ਆਪਣੀ ਰਿਹਾਇਸ਼ ਰੱਖੀ ਸੀ। ਅਚਨਚੇਤ ਕਹਿੰਦੇ ਮੇਰਾ ਇੱਕ ਲੜਕਾ ਜਿਹੜਾ ਸੀਗਾ ਉਹ ਬਿਮਾਰ ਹੋ ਗਿਆ। ਜਦ ਬਿਮਾਰ ਹੋ ਗਿਆ ਉਹਨੂੰ ਅਟੈਕ ਹੋਇਆ, ਅਤੇ ਮੇਰੀ ਘਰ ਵਾਲੀ ਉੱਪਰੋਂ ਥੱਲੇ ਨੱਠੀ ਆਈ, ਦੌੜ ਕੇ ਮੈਨੂੰ ਕਹਿਣ ਲੱਗੀ ਵੀ ਸਰਦਾਰ ਜੀ ਬੱਚੇ ਨੂੰ ਜਿਹੜਾ ਹੈਗਾ ਉਹ ਅਟੈਕ ਆ ਗਿਆ ਹੈਗਾ, ਤੁਸੀਂ ਛੇਤੀ ਕਰੋ ਜਾ ਕੇ ਕਿਸੇ ਡਾਕਟਰ ਨੂੰ ਬੁਲਾ ਕੇ ਲੈ ਕੇ ਆਓ। ਅਤੇ ਬੱਚੇ ਦੀ ਹਾਲਤ ਦੇਖੋ, ਬੱਚੇ ਦੀ ਹਾਲਤ ਖਰਾਬ ਹੋ ਗਈ। ਪਰ ਕਹਿੰਦੇ ਜਦੋਂ ਮੈਂ ਘੜੀ ਦੇ ਵੱਲ ਦੇਖਿਆ ਤਾਂ ਉਸ ਟਾਈਮ ਹਜੇ ਅੱਧਾ ਘੰਟਾ ਬਾਕੀ ਸੀ। ਪਰ ਮਨ ਵਿੱਚ ਇਹ ਵਿਚਾਰ ਆਇਆ ਕਿ ਜੇ ਮੈਂ ਡਾਕਟਰ ਨੂੰ ਲੈਣ ਚੱਲ ਗਿਆ ਅਤੇ ਇਹ ਜਿਹੜਾ ਮੇਰਾ ਨਿਯਮ ਹੈਗਾ ਇਹ ਟੁੱਟਦਾ ਹੈਗਾ। ਇਸ ਕਰਕੇ ਕਹਿੰਦੇ ਵੀ ਮੈਂ ਆਪਣੀ ਘਰ ਵਾਲੀ ਨੂੰ ਸਿਰਫ ਹੱਥ ਮਾਰਿਆ ਕਿ ਜਦ ਤੱਕ ਟਾਈਮ ਨਹੀਂ ਹੁੰਦਾ ਤਦ ਤੱਕ ਮੈਂ ਇਸੇ ਕਲਾਸ 'ਚ ਰਹਿਣਾ ਹੈਗਾ। ਫਿਰ ਕਹਿੰਦੇ ਮੇਰੀ ਘਰ ਵਾਲੀ ਜਿਹੜੀ ਸੀ ਇਹ ਸਮਝ ਕੇ ਉੱਪਰ ਨੂੰ ਚਲੇ ਗਈ ਦੌੜ ਕੇ ਚੁਬਾਰੇ 'ਤੇ। ਮੈਂ ਕਹਿੰਦੇ ਉਸੇ ਤਰ੍ਹਾਂ ਨਾ ਆਪਣੇ ਬੱਚਿਆਂ ਦੀ ਕਲਾਸ ਨੂੰ ਪੜ੍ਹਾਉਂਦਾ ਰਿਹਾ। ਪਰ ਕਹਿੰਦੇ ਫਿਰ 10 ਕੁ ਮਿੰਟ ਬਾਅਦ ਮੇਰੀ ਘਰ ਵਾਲੀ ਥੱਲੇ ਆਈ, ਕਹਿਣ ਲੱਗੀ ਕਿ ਬੱਚੇ ਦੀ ਹਾਲਤ ਜ਼ਿਆਦਾ ਖ਼ਰਾਬ ਹੈ, ਤੁਸੀਂ ਜਲਦੀ ਕਰੋ ਜਾ ਕੇ ਹੈ ਨਾ ਡਾਕਟਰ ਨੂੰ ਬੁਲਾ ਕੇ ਲੈ ਕੇ ਆਓ। ਕਹਿੰਦੇ ਜਦੋਂ ਥੱਲੇ ਆ ਕੇ ਚਰਲਾਈ ਆ, ਮੈਂ ਫਿਰ ਟਾਈਮ ਦੇਖਿਆ, ਫਿਰ ਤਕਰੀਬਨ ਜਿਹੜੇ ਸੀਗੇ ਹਜੇ 10 ਮਿੰਟ ਬਾਕੀ ਸੀ। ਪਰ ਤੀਸਰੀ ਵਾਰੀ ਕਹਿੰਦੇ ਜਦੋਂ ਫਿਰ ਮੇਰੀ ਘਰ ਵਾਲੀ ਫਿਰ ਦੌੜੀ ਆਈ, ਉਹ ਕਹਿਣ ਲੱਗੀ ਕਿ ਤੁਸੀਂ ਉਦੋਂ ਹੀ ਡਾਕਟਰ ਦੇ ਪਾਸ ਜਾਣਾ ਹੈਗਾ ਜਦੋਂ ਬੱਚਾ ਜਿਹੜਾ ਹੈਗਾ ਉਹ ਮੌਤ ਤੱਕ ਪਹੁੰਚ ਜਾਊਗਾ। ਕਹਿੰਦੇ ਬੱਚਾ ਮੌਤ ਦੇ ਕਿਨਾਰੇ ਪਹੁੰਚ ਗਿਆ, ਉਸ ਨੂੰ ਬੜੇ ਔਖੇ ਸਵਾਸ ਆ ਰਹੇ ਆ, ਤੁਸੀਂ ਜਾਓ ਦੌੜ ਕੇ ਜਾ ਕੇ ਡਾਕਟਰ ਨੂੰ ਬੁਲਾ ਕੇ ਲੈ ਕੇ ਆਓ। ਕਹਿੰਦੇ ਕਹਿਣ ਦੀ ਢੇਰ ਸੀ, ਹਜੇ ਕਹਿੰਦੇ 1-2 ਮਿੰਟ ਜਿਹੜੇ ਸੀਗੇ ਉਹ ਕਲਾਸ ਦਾ ਟਾਈਮ ਖ਼ਤਮ ਹੋਣ 'ਚ ਪਏ ਸੀ। ਮੈਂ ਕਹਿੰਦੇ ਉਸੇ ਹੀ ਜਿਹੜਾ ਸੀ ਪਹਿਲੀ ਪ੍ਰੇਮ ਅਤੇ ਰੀਤੀ ਦੇ ਨਾਲ ਕਲਾਸ ਦੀ ਜਿਹੜੀ ਉਹ ਪੜ੍ਹਾਈ ਦੀ ਉਹ ਕਲਾਸ ਲੈ ਰਿਹਾ ਸੀਗਾ। ਪਰ ਜਿਉਂ ਹੀ ਕਹਿੰਦੇ ਉਹ ਟਾਈਮ ਖ਼ਤਮ ਹੋਇਆ ਅਤੇ ਕਹਿੰਦੇ ਮੈਂ ਉੱਪਰ ਗਿਆ, ਹਜੇ ਪੌੜੀਆਂ ਦੇ ਉੱਪਰ ਹੀ ਪਹੁੰਚਿਆ ਅਤੇ ਮੇਰੇ ਜਿਹੜੇ ਬੱਚੇ ਦਾ 5 ਭੌਤਿਕ ਰੂਹ ਸੀਗੀ ਉਹ ਸਰੀਰ ਛੱਡ ਕੇ ਚਲੀ ਗਈ ਸੀ। ਤਾਂ ਮੇਰੀ ਜਿਹੜੀ ਘਰ ਵਾਲੀ ਸੀ ਉੱਚੀ ਉੱਚੀ ਕਹਿੰਦੇ ਉਹ ਚੀਕਾਂ ਮਾਰ ਕੇ ਜਿਹੜੀ ਸੀ ਉਹ ਬੱਚੇ ਦੇ ਕੋਲ ਰੋ ਰਹੀ ਸੀ। ਜਦੋਂ ਕਹਿੰਦੇ ਉਹ ਬੱਚੇ ਦੇ ਕੋਲ ਚੀਕਾਂ ਮਾਰ ਕੇ ਰੋ ਰਹੀ ਸੀ, ਮੈਂ ਕਹਿੰਦੇ ਹਜੇ ਪੌੜੀ ਦੇ ਉੱਪਰਲੇ ਡੰਡੇ 'ਤੇ ਚੜ੍ਹਿਆ ਹੀ ਹਾਂ। ਜੋ ਕਹਿੰਦੇ ਮੈਂ ਪੌੜੀ ਦੇ ਉੱਪਰਲੇ ਪੌਡੇ 'ਤੇ ਖੜ੍ਹਾ ਹੋਇਆ, ਜੋ ਹੀ ਮੈਂ ਆਪਣੇ ਬੱਚੇ ਦਾ ਨੂੰ ਮ੍ਰਿਤਕ ਜਿਹੜਾ ਸੀਗਾ ਉੱਥੇ ਬੈਠੇ ਦੇਖਿਆ। ਅਚਨਚੇਤ ਕਹਿੰਦੇ ਦੇਖਦਿਆਂ ਸਾਰੀ ਹੈ ਨਾ ਕਹਿੰਦੇ ਮੇਰੇ ਮਨ ਦੇ ਵਿੱਚੋਂ ਆਹ ਸ਼ਬਦ ਬੜੀ ਜ਼ੋਰ ਦੇਣੀ ਪ੍ਰਗਟ ਹੋਇਆ
ਕਿ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ, ਸੁਣ ਕੇ ਜੰਮ ਕੇ ਦੂਤ ਨਾ ਹੀ ਤੇਰੇ ਛੱਡ ਜਾਏ। ਜਦੋਂ ਕਹਿੰਦੇ ਇੰਨਾ ਸ਼ਬਦ ਨਿਕਲਿਆ ਸੀ, ਬਸ ਫੇਰ ਕੀ ਸੀ। ਯਕਦਮ ਕਹਿੰਦੇ ਮੇਰੇ ਬੱਚੇ ਨੇ ਜਿਹੜਾ ਸੀਗਾ ਅੰਦਰੋਂ ਇੱਕ ਹਟਕੋਰਾ ਜਿਹਾ ਲਿਆ। ਜਦ ਹਟਕੋਰਾ ਲਿਆ ਤੇ ਕਹਿੰਦੇ ਮੇਰੀ ਘਰ ਵਾਲੀ ਯਕਦਮ ਰੋਂਦੀ ਰੋਂਦੀ ਬੱਚੇ ਵੱਲ ਦੇਖ ਕੇ ਹੈਰਾਨ ਰਹਿ ਗਈ। ਜਾਨੂੰ ਕਹਿੰਦੇ ਮੈਂ ਬੱਚੇ ਦੇ ਕੋਲ ਪਹੁੰਚ ਗਿਆ, ਮੈਂ ਕੀ ਦੇਖਿਆ, ਦੂਸਰੇ ਹਟਕੋਰੇ ਦੇ ਨਾਲ ਜਿਹੜੀ ਸੀ ਬੱਚੇ ਨੇ ਅੱਖਾਂ ਖੋਲ੍ਹ ਲਈਆਂ ਤੇ ਉਹਦੇ ਸਵਾਸ ਜਿਹੜੇ ਸੀ ਦੁਬਾਰਾ ਫਿਰ ਚੱਲ ਪਏ। ਪਰ ਕਹਿੰਦੇ ਫਿਰ ਮੈਨੂੰ ਪਤਾ ਲੱਗਾ ਕਿ ਬੱਚਾ ਜਿਹੜਾ ਸੀਗਾ ਉਸ ਦੀ ਡੈਥ ਹੋ ਚੁੱਕੀ ਸੀ 1-2 ਮਿੰਟ ਪਹਿਲਾਂ, ਮੇਰੇ ਜਾਣ ਤੋਂ ਪਹਿਲਾਂ। ਪਰ ਇਸ ਨਿਯਮ ਦੀ ਜੋ ਤਾਕਤ ਆ, ਜੋ ਚਮਤਕਾਰ ਹੈ, ਜੋ ਪਰਮੇਸ਼ਰ ਦੇ ਪ੍ਰਤੀ ਸਾਡਾ ਪ੍ਰੇਮ ਹੈਗਾ, ਉਸ ਪ੍ਰੇਮ ਦੀ ਚਮਤਕਾਰਾਂ ਨੂੰ ਦੇਖਦੇ ਹੋਏ ਕਹਿੰਦੇ ਫਿਰ ਦੇਖੋ ਉਹ ਜਿਹੜੀ ਰੂਹ ਸੀ ਜਿਹੜੀ ਮੇਰੇ ਬੱਚੇ ਦੇ ਸਰੀਰ ਤੋਂ ਬਾਹਰ ਚਲੀ ਗਈ ਸੀ, ਉਹ ਵਾਪਸ ਆ ਕੇ ਫਿਰ ਮੇਰੇ ਬੱਚੇ ਦੇ ਸਰੀਰ ਦੇ ਵਿੱਚ ਆ ਕੇ ਤਾਂ ਉਸ ਨੇ ਮੇਰੇ ਬੱਚੇ ਨੂੰ ਦੁਬਾਰਾ ਸਰਜੀਤ ਕਰ ਦਿੱਤਾ ਸੀਗਾ, ਨਵਾਂ ਜੀਵਨ ਦਾਨ ਦੇ ਦਿੱਤਾ ਸੀਗਾ। ਸੋ ਇਹ ਕਹਿੰਦੇ ਚਮਤਕਾਰ ਦੇਖ ਕੇ ਜਿਹੜੇ ਸੀ ਸਾਡਾ ਸਾਰਾ ਪਰਿਵਾਰ ਜਿਹੜਾ ਸੀ ਉਹ ਬੜਾ ਹੈਰਾਨ ਹੋਇਆ ਸੀਗਾ। ਸੋ ਇੱਕ ਸੱਜਣ ਜਿਹੜੇ ਸੀ ਉਹ ਵੀ ਨਿਯਮ ਦੇ ਜਿਹੜੇ ਸੀ ਇਸ ਤਰ੍ਹਾਂ ਦੱਸਦੇ ਸੀਗੇ ਕਿ ਇੱਕ ਵਾਰ ਕਿਸੇ ਮਹਾਤਮਾ ਨੇ ਕਹਿੰਦੇ ਮੈਨੂੰ ਨਿਯਮ ਦਿੱਤਾ ਸੀਗਾ। ਉਹ ਨਿਯਮ ਇਹ ਦਿੱਤਾ ਸੀਗਾ ਕਿ ਤੁਸੀਂ ਸ਼ਾਮ ਨੂੰ 6 ਤੋਂ 7 ਵਜੇ ਤੱਕ ਰੋਜ਼ ਧਿਆਨ ਕਰਨਾ ਹੈਗਾ ਅਤੇ ਇਹਦੇ ਵਿੱਚ ਕਦੀ ਵੀ ਨਾਗਾ ਨਹੀਂ ਪਾਉਣਾ। ਉਹ ਸੱਜਣ ਦੱਸਦੇ ਸੀ ਕਿ ਮੈਂ ਇਹੋ ਹੀ ਧਿਆਨ ਜਿਹੜਾ 6 ਤੋਂ 7 ਵਜੇ ਤੱਕ ਰੋਜ਼ ਕਰਦਾ ਹੁੰਦਾ ਸੀ। ਅਤੇ ਇਹ ਜਿਹੜੇ ਸੱਜਣ ਧਿਆਨ ਕਰਦੇ ਹੁੰਦੇ ਸੀ, ਇਹ ਪੁਲਿਸ ਦੇ ਵਿੱਚ ਜਿਹੜੇ ਸੀਗੇ ਇੱਕ ਉੱਚੇ ਅਹੁਦੇ 'ਤੇ ਕੰਮ ਕਰਦੇ ਸੀਗੇ। ਉਹ ਕਹਿਣ ਲੱਗੇ ਕਿ ਇੱਕ ਵਾਰ ਸਾਡੀ ਜਿਹੜੀ ਸੀ ਕਿਸੇ ਕਮਿਸ਼ਨਰ ਦੇ ਨਾਲ ਮੀਟਿੰਗ ਸੀਗੀ, ਅਤੇ ਇਹ ਜਿਹੜੀ ਮੀਟਿੰਗ ਸੀਗੀ ਇਹ ਬਹੁਤ ਜ਼ਰੂਰੀ ਸੀ। ਅਤੇ ਕਹਿੰਦੇ ਜਦੋਂ ਮੈਂ ਮੀਟਿੰਗ ਦੇ ਵਿੱਚ ਗਿਆ ਸੀਗਾ ਤਾਂ ਉਸ ਟਾਈਮ ਕਹਿੰਦੇ ਜਦੋਂ 6 ਵਜੇ ਦਾ ਟਾਈਮ ਹੋਇਆ ਅਤੇ ਸਾਰੀ ਗੱਲਬਾਤ ਬੜੀ ਸੀਰੀਅਸ ਹੋ ਰਹੀ ਸੀ, ਸਾਰੇ ਅਫਸਰ ਬੜੀ ਗੱਲ ਧਿਆਨ ਨਾਲ ਸੁਣ ਰਹੇ ਸੀ। ਅਚਨਚੇਤ ਕਹਿੰਦੇ ਮੈਂ ਖੜ੍ਹਾ ਹੋ ਗਿਆ, ਖੜ੍ਹਾ ਹੋ ਕੇ ਕਮਿਸ਼ਨ ਨੂੰ ਕਿਹਾ ਕਿ ਮੇਰਾ ਹੁਣ ਜਿਹੜਾ ਹੈਗਾ ਉਹ ਧਿਆਨ ਦਾ ਟਾਈਮ ਹੋ ਗਿਆ ਹੈ, ਕਿਉਂਕਿ ਮੈਂ ਆਪਣੇ ਧਿਆਨ ਦੇ ਵਿੱਚ 6 ਤੋਂ 7 ਵਜੇ ਤੱਕ ਰੋਜ਼ ਬਹਿੰਦਾ ਹੈਗਾ, ਇਸ ਕਰਕੇ ਮੈਂ ਹੁਣ ਜਾ ਰਿਹਾ ਹੈਗਾ। ਅਤੇ ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਉਹ ਜਿਹੜਾ ਕਮਿਸ਼ਨਰ ਸੀਗਾ ਮੈਨੂੰ ਕਹਿਣ ਲੱਗਾ ਕਿ ਤੈਨੂੰ ਆਪਣੇ ਧਿਆਨ ਦੀ ਪਈ ਹੈ, ਤੈਨੂੰ ਪਤਾ ਨਹੀਂ ਗਾ ਕਿ ਇਹ ਮੀਟਿੰਗ ਕਿੰਨੀ ਜ਼ਰੂਰੀ ਆ। ਕਹਿੰਦੇ ਜਦੋਂ ਕਮਿਸ਼ਨਰ ਨੇ ਬਹੁਤ ਡਾਂਟ ਕੇ ਮੈਨੂੰ ਇਹ ਗੱਲ ਸਾਰਿਆਂ ਅਫਸਰਾਂ ਦੇ ਵਿੱਚ ਕਹੀ ਸੀ, ਕਹਿੰਦੇ ਫਿਰ ਮੈਨੂੰ ਕਹਿ ਦਿੱਤਾ ਸੀਗਾ ਕਿ ਆਹ ਮੇਰਾ ਅਸਤੀਫਾ ਪਿਆ ਹੈਗਾ, ਮੈਨੂੰ ਇਸ ਨੌਕਰੀ ਦੀ ਕੋਈ ਪਰਵਾਹ ਨਹੀਂ ਹੈਗੀ ਆ, ਕਿਉਂਕਿ ਮੈਂ ਆਪਣਾ ਧਿਆਨ ਜਿਹੜਾ 1 ਘੰਟਾ ਰੋਜ਼ ਕਰਦਾ ਹੈ, ਇਸ ਕਰਕੇ ਮੈਂ ਇਸ ਨਿਯਮ ਕਾਨੂੰਨ ਨੂੰ ਕਦੀ ਤੋੜ ਨਹੀਂ ਸਕਦਾ। ਕਹਿੰਦੇ ਮੈਂ ਇਹ ਕਹਿ ਕੇ ਜਿਹੜਾ ਸੀ ਅਸਤੀਫਾ ਉਸੇ ਟਾਈਮ ਕਹਿੰਦੇ ਮੈਂ ਕਮਿਸ਼ਨਰ ਦੇ ਸਾਹਮਣੇ ਰੱਖ ਦਿੱਤਾ ਤਾਂ ਆਪ ਉਸ ਮੀਟਿੰਗ 'ਚੋਂ ਬਾਹਰ ਚਲੇ ਗਏ। ਪਰ ਬਾਅਦ ਦੇ ਵਿੱਚ ਕਹਿੰਦੇ ਕਮਿਸ਼ਨਰ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆ, ਉਸਨੇ ਕਹਿੰਦੇ ਮੇਰੇ ਪ੍ਰਤੀ ਕੋਈ ਵੀ ਜਿਹੜੀ ਸੀਗੀ ਉਹ ਕਾਰਵਾਈ ਨਹੀਂ ਕੀਤੀ ਅਤੇ ਨਾ ਉਹਨੇ ਕੋਈ ਲਫ਼ਜ਼ ਬੋਲਿਆ ਹੈ। ਉਲਟਾ ਕਹਿੰਦਾ ਮੈਨੂੰ ਕਹਿਣ ਲੱਗਾ ਕਿ ਠੀਕ ਹੈ, ਮੈਂ ਮੰਨ ਗਿਆ ਹੈਗਾ ਕਿ ਤੁਸੀਂ ਆਪਣੇ ਧਿਆਨ ਦੇ ਵਿੱਚ ਪਰਪੱਕ ਹੋ, ਇਸ ਕਰਕੇ ਤੁਸੀਂ ਆਪਣੀ ਡਿਊਟੀ 'ਤੇ ਦੁਬਾਰਾ ਜਿਹੜੇ ਹੈਗੇ ਉਹ ਪਹਿਲੇ ਦੀ ਤਰ੍ਹਾਂ ਆਉਂਦੇ ਰਹੋ। ਸੋ ਉਸੇ ਹੀ ਜਿਹੜੇ ਸੀਗੇ ਪੁਲਿਸ ਦੇ ਅਫਸਰ, ਉਹਨਾਂ ਨੇ ਦੂਸਰੀ ਘਟਨਾ ਮਹਾਂਪੁਰਖਾਂ ਨੂੰ ਇਹ ਸੁਣਾਈ ਸੀਗੀ। ਉਹ ਕਹਿਣ ਲੱਗੇ ਸੀਗੇ ਕਿ ਇੱਕ ਵਾਰ ਕੀ ਹੋਇਆ ਸੀਗਾ ਕਿ ਮੈਂ ਕਿਸੇ ਮੰਦਿਰ ਦੇ ਵਿੱਚ ਧਰਮ ਸਥਲ ਦੇ ਵਿੱਚ ਜਿਹੜਾ ਸੀ ਬੈਠਾ ਕੀਰਤਨ ਸਰਵਣ ਕਰ ਰਿਹਾ ਸੀ। ਜਦੋਂ ਕਹਿੰਦੇ ਕੀਰਤਨ ਜਿਹੜਾ ਸੀ ਸਰਵਣ ਕਰ ਰਿਹਾ ਸੀ ਅਤੇ ਉਸ ਤੋਂ ਬਾਅਦ ਕਹਿੰਦੇ ਫਿਰ ਜਿਹੜਾ ਸੀ ਉਹ ਕਥਾ ਹੋਣੀ ਸ਼ੁਰੂ ਹੋ ਗਈ। ਜਦ ਕਹਿੰਦੇ ਕਥਾ ਸ਼ੁਰੂ ਹੋਈ, ਕਥਾ ਕਰਦਿਆਂ ਕਰਦਿਆਂ ਕਹਿੰਦੇ ਹਜੇ 10-15 ਮਿੰਟ ਹੀ ਹੋਏ ਸੀ ਤਾਂ ਮੇਰਾ ਜਿਹੜਾ ਸੀਗਾ ਉਹ ਧਿਆਨ ਕਰਨ ਦਾ ਕੰਮ ਆ ਗਿਆ ਸੀਗਾ ਕਿ ਮੈਂ ਧਿਆਨ ਧਰਨਾ ਹੈਗਾ। ਜਦੋਂ ਕਹਿੰਦੇ ਇੰਨੀ ਗੱਲ ਹੋਈ ਸੀ, ਉਸ ਤੋਂ ਬਾਅਦ ਫਿਰ ਮੇਰੇ ਮਨ 'ਚ ਵਿਚਾਰ ਆਈ ਕਿ ਜੇ ਮੈਂ ਹੁਣ ਕਥਾ ਛੱਡ ਕੇ ਧਿਆਨ ਧਰਦਾ ਹੈਗਾ ਅਤੇ ਇਹ ਜਿਹੜੀ ਕਥਾ ਹੈ ਇਹਦਾ ਭੋਗ ਪਿਆ ਨਹੀਂ ਗਾ, ਇਸ ਕਰਕੇ ਮੈਂ ਦੋਨੇ ਚੀਜ਼ਾਂ ਦੇ ਵਿੱਚ ਫਸ ਗਿਆ ਹੈਗਾ ਕਿ ਹੁਣ ਮੈਂ ਆਪਣੀ ਕਥਾ ਦਾ ਜਿਹੜੀ ਮਹਾਤਮਾ ਕਰ ਰਹੇ ਆ ਅਤੇ ਉਹਨਾਂ ਨੂੰ ਧਿਆਨ ਦੇ ਵਿੱਚ ਸੁਣਾ ਅਤੇ ਜਾਂ ਜਿਹੜਾ ਹੈਗਾ ਉਹ ਆਪਣਾ ਜੋ ਧਿਆਨ ਹੈਗਾ ਜੋ ਕਿਰਿਆ ਦਾ ਉਸ ਵੱਲ ਆਪਣਾ ਧਿਆਨ ਧਾਰਾਂ। ਜਦੋਂ ਕਹਿੰਦੇ ਮੇਰੇ ਮਨ ਜਿਹੜਾ ਸੀ ਇਸ ਦੁਵਿਧੀ 'ਚ ਫਸ ਗਿਆ, ਅਤੇ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਚਲੋ ਕੋਈ ਗੱਲ ਨਹੀਂ, ਇਹ ਜਿਹੜੇ ਮਹਾਤਮਾ ਹੈ ਕਥਾ ਕਰਦੇ ਆ ਤਦ ਤੱਕ ਮੈਂ ਕੀਰਤਨ ਰੂਪ ਦੇ ਵਿੱਚ ਜਿਹੜਾ ਧਿਆਨ ਹੈਗਾ ਇਸ ਦੇ ਵਿੱਚ ਹੌਲੀ ਹੌਲੀ ਮਗਰ ਰਹਿੰਦਾ ਹੈ, ਅਤੇ ਜਦ ਮੈਂ ਕੀਰਤਨ ਰੂਪ ਧਿਆਨ ਦੇ ਵਿੱਚ ਬੈਠੂੰਗਾ ਇਹ ਕਥਾ ਵੀ ਜਿਹੜੀ ਹੈ ਉਹ ਵੀ ਮੈਨੂੰ ਸੁਣਾਈ ਦੇਊਗੀ ਅਤੇ ਮੇਰਾ ਕੀਰਤਨ ਵੀ ਹੋਊਗਾ। ਜਦੋਂ ਕਹਿੰਦੇ ਮਨ ਦੇ ਵਿੱਚ ਮੇਰੇ ਇਸ ਤਰ੍ਹਾਂ ਜਿਹੜਾ ਸੀਗਾ ਉਹ ਫੈਸਲਾ ਆਇਆ, ਕਹਿੰਦੇ ਮੈਂ ਇਸੇ ਤਰ੍ਹਾਂ ਬੈਠ ਗਿਆ। ਮੈਂ ਕਹਿੰਦੇ ਜਿਉਂ-ਜਿਉਂ ਜਿਹੜਾ ਸੀ ਉਹ ਕੀਰਤਨ ਅੰਦਰ ਧਿਆਨ ਦੇ ਵਿੱਚ ਹੌਲੀ ਹੌਲੀ ਕਰ ਰਿਹਾ ਸੀਗਾ ਅਤੇ ਕਥਾ ਵੀ ਸੁਣ ਰਿਹਾ ਸੀਗਾ, ਅਚਨਚੇਤ ਉਹ ਜਿਹੜੀ ਕਥਾ ਮਹਾਤਮਾ ਕਰ ਰਹੇ ਸੀ ਉਹ ਬਿਲਕੁਲ ਪ੍ਰਤੱਖ ਰੂਪ ਹੋ ਕੇ ਕਹਿੰਦੇ ਉਸੇ ਹੀ ਜਿਹੜੇ ਸੀਗੇ ਉਹ ਧਾਰਮਿਕ ਸਥਲ ਦੇ ਅੰਦਰ ਪ੍ਰਗਟ ਹੋ ਗਈ ਸੀ। ਸੋ ਜਿਉਂ-ਜਿਉਂ ਕਥਾ ਕਰ ਰਹੇ ਸੀ ਉਹੀ ਕਥਾ ਜਿਹੜੀ ਸੀਗੀ ਕਹਿੰਦੇ ਉਹਦੇ ਵਿੱਚ ਅਸੀਂ ਕੀ ਦੇਖਿਆ ਹੈਗਾ ਕਿ ਆਪ ਉਹ ਵਾਹਿਗੁਰੂ ਜਿਹੜਾ ਹੈਗਾ ਜਿਸ ਦੀ ਉਹ ਕਥਾ ਕਰ ਰਹੇ ਆ ਉਹਦਾ ਰੂਪ ਧਾਰ ਕੇ ਕਹਿੰਦੇ ਉਸੇ ਧਰਮ ਸਥਲ ਦੇ ਅੰਦਰ ਜਿਹੜੇ ਸੀ ਉਹ ਆਪਣੀ ਲੀਲਾ ਵਰਤਾ ਰਹੇ ਸੀ।
ਤੇ ਕਹਿੰਦੇ ਲੀਲਾ ਜਿਹੜੀ ਸੀ ਮੈਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ ਤੇ ਨਾਲ ਕੀਰਤਨ ਵੀ ਕਰ ਰਿਹਾ ਸੀ ਤੇ ਮਹਾਂਪੁਰਖਾਂ ਦੀ ਜਿਹੜੀ ਕਥਾ ਸੀ ਉਹ ਵੀ ਮੈਨੂੰ ਕੰਨਾਂ ਨਾਲ ਜਿਹੜੀ ਸੀ ਉਹ ਸੁਣਾਈ ਦੇ ਰਹੀ ਸੀ। ਇਸ ਤਰ੍ਹਾਂ ਕਰਦੇ ਕਰਦੇ ਜਦੋਂ ਕਹਿੰਦੇ ਮੇਰਾ ਜਿਹੜਾ ਸੀ 1 ਘੰਟੇ ਦਾ ਇਹ ਜੋ ਧਿਆਨ ਦੀ ਕਿਰਿਆ ਸੀ ਕੀਰਤਨ ਦੇ ਰੂਪ ਦੇ ਵਿੱਚ ਜਦੋਂ ਕਹਿੰਦੇ ਸਮਾਪਤ ਹੋਈ, ਇਸ ਦੇ ਨਾਲ ਹੀ ਕਹਿੰਦੇ ਉਹ ਜਿਹੜਾ ਦ੍ਰਿਸ਼ ਸੀਗਾ ਬਹੁਤ ਅਲੌਕਿਕ ਦ੍ਰਿਸ਼ ਸੀਗਾ, ਜਿਸ ਨੂੰ ਕਹਿੰਦੇ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਆਪ ਕਹਿੰਦੇ ਜਿਹੜਾ ਸੀ ਉਹ ਅੱਖੀਂ ਦੇਖਿਆ ਸੀ, ਤੱਕਿਆ ਸੀ ਪੂਰੀ ਚੇਤਨ ਸੱਤਾ ਦੇ ਵਿੱਚ। ਕਹਿੰਦੇ ਉਸ ਤੋਂ ਬਾਅਦ ਉਹ ਜਿਹੜਾ ਦ੍ਰਿਸ਼ ਸੀਗਾ ਅਲੋਪ ਹੋ ਗਿਆ। ਫਿਰ ਜਦੋਂ ਕਹਿੰਦੇ ਮੈਂ ਅੱਖਾਂ ਖੋਲ੍ਹੀਆਂ ਜਦ ਕੀ ਦੇਖਿਆ ਤੇ ਉਹੀ ਮੰਦਰ, ਉਹੀ ਗੁਰਦੁਆਰਾ ਸਾਹਿਬ ਤੇ ਉਹੀ ਮਹਾਤਮਾ, ਉਹੀ ਸੰਗਤ, ਪਰ ਉੱਥੇ ਉਸ ਤਰ੍ਹਾਂ ਦਾ ਕੋਈ ਜਿਹੜਾ ਸੀਗਾ ਉਹ ਦ੍ਰਿਸ਼ ਨਹੀਂ ਸੀਗਾ। ਸੋ ਕਹਿੰਦੇ ਇਹ ਹੈ ਜੋ ਮਹਾਤਮਾ ਦੇ ਬਚਨਾਂ ਦੇ ਉੱਤੇ ਪੂਰਾ ਪਹਿਰਾ ਦੇਣਾ, ਉਹਨਾਂ ਨੇ ਜੋ ਨਿਯਮ ਕਾਨੂੰਨ ਦੱਸਿਆ ਹੈ ਉਸ ਨਿਯਮ ਕਾਨੂੰਨ ਦੀ ਪਾਲਣਾ ਕਰਨੀ, ਤੇ ਫਿਰ ਕਹਿੰਦੇ ਪਰਮੇਸ਼ਰ ਜਿਹੜਾ ਹੈਗਾ ਉਹ ਅਤਿਅੰਤ ਪ੍ਰਸੰਨ ਹੋ ਕੇ ਉਸ ਜਗਿਆਸੂ ਦਾ ਜਿਹੜਾ ਹੈਗਾ ਉਹ ਅਧਿਆਤਮਿਕ ਜੀਵਨ ਉਹ ਹੋਰ ਵੀ ਉੱਚਾ ਤੇ ਜਿਹੜਾ ਸੁੱਚਾ ਕਰ ਦਿੰਦਾ ਹੈ। ਇਸ ਤਰ੍ਹਾਂ ਇੱਕ ਜਿਹੜੇ ਕੋਈ ਮਹਾਤਮਾ ਸੀਗੇ ਉਹ ਕਿਸੇ ਸ਼ਾਹੂਕਾਰ ਦੇ ਘਰ ਜਦੋਂ ਇੱਕ ਰਾਤ ਰਹੇ ਸੀ ਤੇ ਉਹ ਸ਼ਾਹੂਕਾਰ ਨੇ ਬੜੇ ਪ੍ਰੇਮ ਦੇ ਨਾਲ ਜਿਹੜੇ ਸੀ ਉਸ ਮਹਾਤਮਾ ਨੂੰ ਆਪਣੇ ਘਰ ਦੇ ਵਿੱਚ ਰੱਖਿਆ, ਬਹੁਤ ਸੋਹਣੇ ਚੰਗੇ ਪਦਾਰਥ ਉਹਨਾਂ ਨੂੰ ਛਕਾਏ। ਪਰ ਸਵੇਰੇ ਜਦੋਂ ਮਹਾਤਮਾ ਜਾਣ ਲੱਗੇ ਉਹਨਾਂ ਦੇ ਮਨ 'ਚ ਵਿਚਾਰ ਆਈ ਕਿ ਇਹ ਸ਼ਾਹੂਕਾਰ ਹੈਗਾ, ਇਸ ਨੇ ਮੈਨੂੰ ਰਾਤ ਕਟਾਈ ਆ, ਸੋਹਣੇ ਪਦਾਰਥ ਦਿੱਤੇ ਆ ਤੇ ਮੇਰੀ ਸੇਵਾ ਕੀਤੀ ਆ, ਇਸ ਨੂੰ ਹੁਣ ਕੁਛ ਨਾ ਕੁਛ ਦੇਣਾ ਚਾਹੀਦਾ ਹੈ। ਇਹ ਵਿਚਾਰ ਕਰਕੇ ਮਹਾਤਮਾ ਨੇ ਸ਼ਾਹੂਕਾਰ ਨੂੰ ਆਪਣੇ ਪਾਸ ਬੁਲਾਇਆ, ਕਹਿਣ ਲੱਗੇ ਕਿ ਅਸੀਂ ਹੁਣ ਜਾ ਰਹੇ ਹਾਂ ਅਤੇ ਤੁਸੀਂ ਸਾਡੀ ਜਿਹੜੀ ਸੇਵਾ ਕੀਤੀ ਹੈ ਉਹਦੇ ਬੱਟੇ ਅਸੀਂ ਤੁਹਾਨੂੰ ਕੁਛ ਦੇਣਾ ਚਾਹੁੰਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਸ਼ਾਹੂਕਾਰ ਕਹਿਣ ਲੱਗਾ ਕਿ ਵੈਸੇ ਤਾਂ ਮੇਰੇ ਪਾਸ ਕਿਸ ਚੀਜ਼ ਦੀ ਕਮੀ ਨਹੀਂ, ਪਰ ਹਾਂ ਅਗਰ ਤੁਸੀਂ ਕੁਛ ਦੇਣਾ ਚਾਹੁੰਦੇ ਹੋ ਤਾਂ ਫਿਰ ਭਾਈ ਮੈਂ ਉਹ ਚੀਜ਼ ਲੈਣ ਨੂੰ ਤਿਆਰ ਹਾਂ। ਜਦ ਇੰਨੀ ਗੱਲ ਹੋਈ ਆ ਫਿਰ ਮਹਾਤਮਾ ਕਹਿਣ ਲੱਗੇ, ਕਹਿੰਦੇ ਭਾਈ ਤੂੰ ਰੱਬ ਦਾ ਨਾਮ ਜਪਿਆ ਕਰ। ਜਦ ਇੰਨੀ ਗੱਲ ਹੋਈ ਤਾਂ ਸ਼ਾਹੂਕਾਰ ਜਿਹੜਾ ਸੀ ਉਹ ਚੁੱਪ ਕਰ ਗਿਆ, ਦੇ ਕੇ ਮਹਾਤਮਾ ਨੂੰ ਕਹਿਣ ਲੱਗਿਆ ਕਿ ਇਹ ਠੀਕ ਆ ਨਾਮ ਜਪਣਾ ਚੰਗੀ ਗੱਲ, ਪਰ ਮੇਰੇ ਪਾਸ ਟਾਈਮ ਨਹੀਂ ਹੈ, ਕਿਉਂਕਿ ਮੇਰਾ ਕੰਮ ਧੰਦਾ ਇੰਨਾ ਜ਼ੋਰਾਂ ਦਾ ਹੈਗਾ ਕਿ ਮੈਨੂੰ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਹਲ ਨਹੀਂ ਮਿਲਦਾ, ਕੋਈ ਟਾਈਮ ਨਹੀਂ ਮਿਲਦਾ। ਇਹ ਤਾਂ ਵਿਹਲਿਆਂ ਦੀ ਜਿਹੜੀ ਔਕਾਰ ਹੈਗੀ ਆ, ਨਾ ਮੈਂ ਕੰਮ ਤੋਂ ਵਿਹਲਾ ਹੋਵਾਂ ਅਤੇ ਨਾ ਮੈਂ ਇਹ ਜਿਹੜਾ ਰੱਬ ਦਾ ਨਾਮ ਜਪਾਂ। ਜਦੋਂ ਉਹ ਸ਼ਾਹੂਕਾਰ ਨੇ ਇੱਕ ਟੁੱਕ ਫੈਸਲਾ ਉਹਨਾਂ ਮਹਾਤਮਾ ਨੂੰ ਸੁਣਾਇਆ ਸੀ, ਫਿਰ ਮਹਾਤਮਾ ਜਿਹੜੇ ਸੀ ਉਹ ਫੈਸਲਾ ਸੁਣ ਕੇ ਸਾਧੂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਦੇਖ ਤੂੰ ਇਸ ਤਰ੍ਹਾਂ ਕਰ, ਜਿੰਨਾ ਵੀ ਤੂੰ ਟਾਈਮ ਕੱਢ ਸਕਦਾ ਹੈਗਾ ਥੋੜ੍ਹਾ ਬਹੁਤਾ ਜਿਹੜਾ ਹੈਗਾ ਉਹ ਤੂੰ ਟਾਈਮ ਕੱਢ ਲਿਆ ਕਰ। ਪਰ ਇੰਨੀ ਗੱਲ ਉਹਦੇ ਸ਼ਾਹੂਕਾਰ ਕਹਿਣ ਲੱਗੇ, ਕਹਿੰਦੇ ਬਹੁਤਾ ਕੀ ਥੋੜ੍ਹਾ ਕੀ, ਮੇਰੇ ਪਾਸ ਟਾਈਮ ਹੀ ਨਹੀਂ ਆ, ਮੈਂ ਕਿਸ ਟਾਈਮ ਜਿਹੜਾ ਹੈਗਾ ਉਹ ਰੱਬ ਦਾ ਨਾਮ ਜਪੂੰਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਮਹਾਤਮਾ ਕਹਿਣ ਲੱਗੇ ਚੱਲ ਇੱਕ ਟਾਈਮ ਤਾਂ ਹਰੇਕ ਆਦਮੀ ਨੂੰ ਉਹ ਪਰਮੇਸ਼ਰ ਜਿਹੜਾ ਹੈਗਾ ਉਹ ਬਿਲਕੁਲ ਖੁੱਲ੍ਹਮ ਖੁੱਲ੍ਹਾ ਦੇ ਦਿੰਦਾ ਹੈਗਾ। ਤਾਂ ਸ਼ਾਹੂਕਾਰ ਕਹਿਣ ਲੱਗੇ ਉਹ ਕਿਹੜਾ? ਤਾਂ ਫਿਰ ਉਹ ਮਹਾਤਮਾ ਕਹਿਣ ਲੱਗੇ ਉਹ ਹੈ ਤੇਰੇ ਜੰਗਲ ਪਾਣੀ ਜਾਣ ਦੀ ਕਿਰਿਆ। ਜਿਹੜਾ ਤੂੰ ਜੰਗਲ ਪਾਣੀ ਜਾਂਦਾ ਹੈਗਾ ਉਸ ਟਾਈਮ ਨਾ ਤਾਂ ਤੇਰੇ ਕੋਲ ਕੋਈ ਤੇਰਾ ਸਾਥੀ ਹੁੰਦਾ ਹੈਗਾ, ਨਾ ਕੋਈ ਤੇਰਾ ਨੌਕਰ ਚਾਕਰ ਹੁੰਦਾ, ਉਸ ਟਾਈਮ ਤੂੰ ਬਿਲਕੁਲ ਫਰੀ ਹੁੰਦਾ ਹੈ ਅਤੇ ਉਸ ਟਾਈਮ ਹੀ ਤੂੰ ਜਿਹੜਾ ਹੈ ਰੱਬ ਦਾ ਨਾਮ ਲੈ ਸਕਦਾ ਹੈ। ਸ਼ਾਹੂਕਾਰ ਨੇ ਜਦੋਂ ਇਹ ਸੁਣਿਆ ਤਾਂ ਸ਼ਾਹੂਕਾਰ ਸੋਚੀ ਪੈ ਗਿਆ, ਕਹਿਣ ਲੱਗਾ ਹਾਂ ਇਹ ਤਾਂ ਗੱਲ ਠੀਕ ਹੈਗੀ ਹੈ ਕਿ ਜਦ ਤੱਕ ਮੈਂ ਜੰਗਲ ਪਾਣੀ ਜਾਂਦਾ ਹੈ ਉਸ ਟਾਈਮ ਤਾਂ ਮੈਂ ਬਿਲਕੁਲ ਫਰੀ ਹੁੰਦਾ, ਉਸ ਟਾਈਮ ਮੈਂ ਨਾਮ ਜਿਹੜਾ ਹੈਗਾ ਜ਼ਰੂਰ ਜਪਿਆ ਕਰਾਂਗਾ। ਕਹਿੰਦੇ ਉਹ ਜਿਹੜਾ ਸ਼ਾਹੂਕਾਰ ਸੀ ਜਦ ਉਹਨੇ ਜੰਗਲ ਪਾਣੀ ਜਿਹੜਾ ਸੀ ਉਹ ਕਿਤੇ ਟੋਇਲਟ ਵਿੱਚ ਜਾਣਾ ਹੈ ਤਾਂ ਉਸਨੇ ਉੱਥੇ ਉੱਚੀ ਉੱਚੀ ਜਿਹੜਾ ਹੈ ਉਹ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ। ਜਦੋਂ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਵਾਰ ਕਹਿੰਦੇ ਕੋਈ ਜਿਹੜੇ ਸੀਗੇ ਉਹ ਪ੍ਰੇਮੀ ਉੱਥੋਂ ਦੀ ਲੰਘਿਆ। ਜਦ ਲੰਘਿਆ ਅਤੇ ਉਹਨੇ ਦੇਖਿਆ ਕਿ ਆਹ ਟੋੜ ਦੇ ਵਿੱਚ ਰੱਬ ਦਾ ਨਾਮ ਕੌਣ ਲੈ ਰਿਹਾ ਹੈਗਾ। ਉਸ ਨੇ ਕੀ ਕੀਤਾ, ਜਦ ਦਰਵਾਜ਼ਾ ਖੋਲ੍ਹਿਆ ਕੀ ਦੇਖਿਆ ਅੰਦਰ ਸ਼ਾਹੂਕਾਰ ਜਿਹੜਾ ਬੈਠਾ ਹੈਗਾ ਅਤੇ ਉਹ ਰੱਬ ਦਾ ਨਾਮ ਉੱਚੀ ਉੱਚੀ ਲੈ ਰਿਹਾ ਹੈਗਾ। ਉਹ ਪ੍ਰੇਮੀ ਜੇ ਸੀਗੇ ਉਹਨਾਂ ਨੂੰ ਉਹ ਸ਼ਾਹੂਕਾਰ 'ਤੇ ਬੜਾ ਗੁੱਸਾ ਆ ਗਿਆ ਅਤੇ ਮਨ ਦੇ ਵਿੱਚ ਇਹ ਕਹਿਣ ਲੱਗੇ ਦੇਖੋ ਇਹ ਜਿਹੜਾ ਸ਼ਾਹੂਕਾਰ ਕਿੱਡਾ ਨਿਕੰਮਾ ਹੈਗਾ, ਕਿੰਨੀ ਗੰਦੀ ਜਗ੍ਹਾ ਬੈਠ ਕੇ ਉਹ ਰੱਬ ਦਾ ਐਡਾ ਪਵਿੱਤਰ ਨਾਮ ਜਪ ਰਿਹਾ ਹੈਗਾ। ਇਹ ਸੋਚ ਕੇ ਉਸ ਪ੍ਰੇਮੀ ਨੇ ਉਸ ਸ਼ਾਹੂਕਾਰ ਦੇ ਲੱਤ ਕੱਢ ਮਾਰੀ। ਜਦ ਸ਼ਾਹੂਕਾਰ ਦੇ ਲੱਤ ਕੱਢ ਮਾਰੀ ਤਾਂ ਲੱਤ ਕੱਢ ਕੇ ਉਹ ਜਿਹੜਾ ਪ੍ਰੇਮੀ ਸੀਗਾ ਮਾਰ ਕੇ ਚਲਿਆ ਗਿਆ। ਪਰ ਜੇ ਇਸ ਮਹਾਤਮਾ ਦੇ ਪਾਸ ਉਹ ਪ੍ਰੇਮੀ ਸੇਵਾ ਕਰਦਾ ਹੁੰਦਾ ਸੀਗਾ, ਉਹਨੇ ਕੀ ਦੇਖਿਆ ਕਿ ਉਹ ਜਿਹੜੇ ਮਹਾਤਮਾ ਹਨ ਆਪਣੇ ਆਸਣ 'ਤੇ ਲੰਮੇ ਪਏ ਅਤੇ ਹਾਏ ਹਾਏ ਕਰਕੇ ਕੁਰਲਾ ਰਹੇ ਆ। ਜਦ ਇੰਨੀ ਗੱਲ ਹੋਈ ਤਾਂ ਪ੍ਰੇਮੀ ਕਹਿਣ ਲੱਗਾ ਕਿ ਮਹਾਂਪੁਰਖੋ ਗੱਲ ਕੀ ਹੋਈ ਆ, ਤੁਹਾਡਾ ਸਰੀਰ ਠੀਕ ਹੈ? ਉਹ ਮਹਾਤਮਾ ਕਹਿਣ ਲੱਗੇ ਪਹਿਲਾਂ ਤਾਂ ਠੀਕ ਸੀਗਾ ਪਰ ਹੁਣ ਮੇਰਾ ਸਰੀਰ ਜਿਹੜਾ ਹੈਗਾ ਬਹੁਤ ਦਰਦ ਕਰ ਰਿਹਾ। ਉਹ ਫਿਰ ਜਿਹੜਾ ਪ੍ਰੇਮੀ ਜੀ ਨੇ ਲੱਤ ਮਾਰੀ ਸੀ ਮਹਾਤਮਾ ਨੂੰ ਕਹਿਣ ਲੱਗਾ ਕਿ ਰੱਬ ਦਾ ਸਰੀਰ ਕਿਵੇਂ ਦਰਦ ਕਰ ਰਿਹਾ ਹੈਗਾ। ਉਹ ਕਹਿਣ ਲੱਗਾ ਕਿ ਕਿਸੇ ਨੇ ਆ ਕੇ ਮੇਰੀ ਬੱਖੀ ਦੇ ਵਿੱਚ ਬੜੇ ਜ਼ੋਰ ਦੀ ਲੱਤ ਮਾਰੀ ਆ ਅਤੇ ਉਸ ਲੱਤ ਦਾ ਜਿਹੜਾ ਹੈਗਾ
ਜੋ ਅਸਰ ਹੈਗਾ ਮੇਰੀ ਬੱਖੀ ਦੇ ਉੱਤੇ ਦਰਦ ਦੇ ਰੂਪ ਦੇ ਵਿੱਚ ਪੂਰੀ ਤਰ੍ਹਾਂ ਉੱਭਰਿਆ ਹੈ। ਜਦ ਇਹ ਗੱਲ ਹੋਈ ਤਾਂ ਪ੍ਰੇਮੀ ਕਹਿਣ ਲੱਗਾ ਕਿ ਐਸਾ ਕੌਣ ਦੁਸ਼ਟ ਹੈ ਜਿਸ ਨੇ ਮੇਰੇ ਗੁਰੂ ਦੇ ਬੱਖੀ ਦੇ ਵਿੱਚ ਏਡੀ ਜ਼ੋਰ ਦੀ ਲੱਤ ਮਾਰੀ ਹੈ। ਪਿਓ ਮਹਾਤਮਾ ਕਹਿਣ ਲੱਗੇ ਕਹਿੰਦੇ ਦੁਸ਼ਟ ਕੋਈ ਹੋਰ ਨਹੀਂ, ਉਹ ਤੂੰ ਹੀ ਆ। ਜਦ ਇੰਨੀ ਗੱਲ ਹੋਈ ਤਾਂ ਉਹ ਪ੍ਰੇਮੀ ਬੜਾ ਹੈਰਾਨ ਹੋ ਕਹਿਣ ਲੱਗਾ ਕਿ ਮੈਂ ਕਿਵੇਂ ਹੈ। ਪਿਓ ਮਹਾਤਮਾ ਕਹਿਣ ਲੱਗੇ ਕਿ ਦੇਖ ਤੂੰ ਅੱਜ ਉਹ ਜਿਹੜਾ ਸ਼ਾਹੂਕਾਰ ਸੀਗਾ ਜਿਹੜਾ ਜੰਗਲ ਪਾਣੀ ਟੋੜ ਦੇ ਵਿੱਚ ਬੈਠਾ ਸੀ, ਤੂੰ ਉਹਦੀ ਲੱਤ ਕੱਢ ਮਾਰੀ ਅਤੇ ਤੂੰ ਕਹਿੰਦੇ ਉਹਦੀ ਲੱਤ ਕਿਉਂ ਕੱਢ ਮਾਰੀ। ਜਦ ਇੰਨੀ ਗੱਲ ਹੋਈ ਆ ਤਾਂ ਪ੍ਰੇਮੀ ਕਹਿਣ ਲੱਗਾ ਦੇਖੋ ਜੀ ਕਿੰਨੀ ਗੰਦੀ ਜਗ੍ਹਾ 'ਤੇ ਜਾ ਕੇ ਰੱਬ ਦਾ ਕਿੱਡਾ ਪਵਿੱਤਰ ਨਾਮ ਜਪ ਰਿਹਾ ਹੈ। ਇਹ ਤਾਂ ਜਿਹੜਾ ਨਾਮ ਹੈਗਾ ਇਹ ਤਾਂ ਆਸਣਾ ਉੱਤੇ ਬੈਠ ਕੇ ਜਪਿਆ ਜਾਂਦਾ, ਸੁੰਦਰ ਜਗ੍ਹਾ 'ਤੇ ਜਿਹੜੇ ਸੁੰਦਰ ਆਸਣ ਵਿਛਾਏ ਜਾਂਦੇ ਉੱਤੇ ਰੱਬ ਦਾ ਨਾਮ ਜਪਿਆ ਜਾਂਦਾ ਹੈ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਹ ਮਹਾਤਮਾ ਜਿਹੜੇ ਸੀਗੇ ਉਸ ਪ੍ਰੇਮੀ ਨੂੰ ਕਹਿਣ ਲੱਗੇ ਕਹਿੰਦੇ ਦੇਖ ਭੋਲਿਆ, ਉਹ ਜਿਹੜਾ ਸ਼ਾਹੂਕਾਰ ਹੈਗਾ ਉਹ ਕਿਸੇ ਮਹਾਤਮਾ ਦੇ ਬਚਨ ਦੀ ਪਾਲਣਾ ਕਰ ਰਿਹਾ ਹੈਗਾ। ਜੋ ਮਹਾਤਮਾ ਨੇ ਉਹਨੂੰ ਬਚਨ ਦਿੱਤਾ ਸੀ, ਜੋ ਨਿਯਮ ਦਿੱਤਾ ਸੀਗਾ ਕਿ ਤੈਨੂੰ ਇਸ ਟਾਈਮ ਖੁੱਲ੍ਹੀ ਛੁੱਟੀ ਮਿਲਦੀ ਹੈ, ਤੂੰ ਜੰਗਲ ਪਾਣੀ ਜਦ ਜਾਂਦਾ ਹੈ ਉਸ ਟਾਈਮ ਤੂੰ ਰੱਬ ਦਾ ਨਾਮ ਲਿਆ ਕਰ। ਸੋ ਉਹ ਤਾਂ ਜਿਹੜਾ ਸ਼ਾਹੂਕਾਰ ਹੈਗਾ ਉਹ ਤਾਂ ਆਪਣੇ ਮਹਾਤਮਾ ਦੇ ਬਚਨ ਦੀ ਪਾਲਣਾ ਕਰ ਰਿਹਾ ਸੀਗਾ ਅਤੇ ਤੂੰ ਉਹਦੇ ਉਲਟਾ ਲੱਤ ਕੱਢ ਮਾਰੀ। ਕਹਿੰਦੇ ਜਦੋਂ ਤੂੰ ਲੱਤ ਮਾਰੀ ਸੀ ਉਸ ਟਾਈਮ ਅਸੀਂ ਜਿਹੜੇ ਸੀਗਾ ਉਸ ਸ਼ਾਹੂਕਾਰ ਦੇ ਸਾਹਮਣੇ ਆ ਗਏ ਸੀਗੇ ਅਤੇ ਕਿਉਂਕਿ ਉਹ ਸ਼ਾਹੂਕਾਰ ਜਿਹੜਾ ਸੀਗਾ ਉਹ ਰੱਬ ਦਾ ਪਵਿੱਤਰ ਨਾਮ ਜਪ ਰਿਹਾ ਸੀ। ਇਸ ਕਰਕੇ ਜਦੋਂ ਅਸੀਂ ਸ਼ਾਹੂਕਾਰ ਦੇ ਸਾਹਮਣੇ ਤੇਰੀ ਲੱਤ ਜਿਹੜੀ ਸੀਗੀ ਉਹ ਸਾਡੀ ਬੱਖੀ ਦੇ ਵਿੱਚ ਵੱਜੀ ਆ ਤਾਂ ਸਾਡੇ ਦਰਦ ਹੁੰਦੀ ਆ। ਜਦ ਇੰਨੀ ਗੱਲ ਹੋਈ ਤਾਂ ਉਹ ਪ੍ਰੇਮੀ ਜਿਹੜਾ ਸੀਗਾ ਆਪਣੇ ਮਹਾਤਮਾ ਦੇ ਚਰਨਾਂ ਦੇ ਵਿੱਚ ਲੰਮਾ ਪੈ ਗਿਆ, ਕਹਿਣ ਲੱਗਾ ਮਹਾਂਪੁਰਖੋ ਮੈਨੂੰ ਆਪ ਜੀ ਦਾ ਜੋ ਇਹ ਐਸਾ ਵਰਤਾਓ ਕਹਿੰਦੇ ਦੇਖਣ ਦੇ ਵਿੱਚ ਪਹਿਲੀ ਵਾਰ ਕਹਿੰਦੇ ਮਿਲਿਆ ਹੈਗਾ। ਕਹਿੰਦੇ ਮੈਨੂੰ ਨਹੀਂ ਸੀ ਪਤਾ ਕਿ ਆਪ ਅਦ੍ਰਿਸ਼ ਰੂਪ ਦੇ ਵਿੱਚ ਉੱਥੇ ਜਿਹੜੇ ਸੀਗੇ ਅੱਖ ਦੀ ਫੋਰ ਦੇ ਵਿੱਚ ਪਹੁੰਚ ਗਏ ਸੀਗੇ। ਪਰ ਕਹਿੰਦੇ ਹੁਣ ਮੈਨੂੰ ਪਤਾ ਲੱਗ ਗਿਆ ਕਿ ਅਗਰ ਕੋਈ ਵੀ ਪ੍ਰੇਮੀ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਪਰਮੇਸ਼ਰ ਦਾ ਨਾਮ ਲਵੇ, ਉਸ ਦੀ ਜਿਹੜੀ ਹੈ ਨਾ ਰੱਖਿਆ ਹੈਗੀ ਉਹ ਸਾਨੂੰ ਪਹਿਲ ਦੇ ਆਧਾਰ 'ਤੇ ਕਰਨੀ ਚਾਹੀਦੀ ਆ। ਕਿ ਇਹੋ ਜਿਹੜੇ ਪ੍ਰੇਮੀ ਹੁੰਦੇ ਆ ਉਹ ਕੇਵਲ ਅਤੇ ਕੇਵਲ ਮਹਾਂਪੁਰਖਾਂ ਦੇ ਬਚਨ ਦੀ ਪਾਲਣਾ ਕਰਦੇ ਆ। ਇਹ ਬਚਨ ਚਾਹੇ ਉਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਪ੍ਰਾਪਤ ਹੋਇਆ ਹੋਵੇ, ਪਰ ਇਹਦੇ ਵਿੱਚ ਉਹ ਜਿਹੜੇ ਮਹਾਤਮਾ ਹੈਗੇ ਆ ਇਹਨਾਂ ਭੌਤਿਕ ਧੰਦਿਆਂ ਤੋਂ ਸੰਸਾਰੀ ਧੰਦਿਆਂ ਤੋਂ ਉੱਪਰ ਉੱਠ ਜਾਂਦੇ ਆ। ਜਦੋਂ ਉਹ ਸੰਸਾਰ ਦੇ ਕੰਮਾਂ ਕਾਜਾਂ ਤੋਂ ਸੰਸਾਰ ਦੀਆਂ ਨਜ਼ਰਾਂ ਤੋਂ ਉੱਪਰ ਉੱਠ ਕੇ ਪਰਮੇਸ਼ਰ ਦਾ ਨਾਮ ਜਪਦੇ ਆ ਅਤੇ ਉਹਨਾਂ ਦਾ ਜਪਿਆ ਹੋਇਆ ਨਾਮ ਜਿਹੜਾ ਹੈਗਾ ਉਹ ਵਾਹਿਗੁਰੂ ਪਰਿਪੂਰਨ ਪਰਮਾਤਮਾ ਜਿਹੜਾ ਹੈਗਾ ਉਹ ਪਹਿਲ ਦੇ ਆਧਾਰ ਦੇ ਉੱਤੇ ਮਨਜ਼ੂਰ ਕਰਦਾ ਹੈਗਾ ਅਤੇ ਉਸ ਦਾ ਨਾਮ ਸੁਣ ਕੇ ਆਪ ਪ੍ਰਸੰਨ ਹੁੰਦਾ ਹੈ ਅਤੇ ਉਸ ਦੀ ਫਿਰ ਰੱਖਿਆ ਜਿਹੜੀ ਹੈ ਉਹ ਆਪ ਵੀ ਕਰਦਾ ਅਤੇ ਆਪਣੇ ਭਗਤਾਂ ਪਾਸੋਂ ਵੀ ਕਰਾਉਂਦਾ ਹੈਗਾ। ਸੋ ਇਹ ਹੈ ਜਿਹੜੇ ਸੱਜਣ ਜਿਹੜੇ ਆ ਨਿਯਮਾਵਲੀ ਦੇ ਕਾਨੂੰਨ ਨੂੰ ਆਪਣੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਉਤਾਰ ਲੈਂਦੇ ਆ। ਸੋ ਉਹਨਾਂ ਦੀ ਜਿਹੜੀ ਰੱਖਿਆ ਹੈ ਉਹ ਪਰਮੇਸ਼ਰ ਪਹਿਲ ਦੇ ਆਧਾਰ 'ਤੇ ਕਰਦਾ ਹੈਗਾ। ਸੋ ਉਹਨਾਂ ਦੀ ਪਹੁੰਚ ਵੀ ਜਿਹੜੀ ਆ ਪਰਮੇਸ਼ਰ ਦੇ ਪ੍ਰਤੀ ਬਹੁਤ ਛੇਤੀ ਬਣਦੀ ਹੈਗੀ ਆ। ਉਹਨਾਂ ਦਾ ਪ੍ਰੇਮ ਪਿਆਰ ਪਰਮਾਤਮਾ ਦੇ ਪ੍ਰਤੀ ਬਹੁਤ ਛੇਤੀ ਉਮੜਦਾ ਹੈਗਾ। ਉਹ ਆਪਣੀ ਮੰਜ਼ਿਲ ਦੇ ਉੱਤੇ ਬਹੁਤ ਛੇਤੀ ਪਹੁੰਚ ਜਾਂਦੇ ਆ। ਪਰ ਜਿਹੜੇ ਨਿਯਮਾਂ ਵਿੱਚ ਅਵੇਸਲਾਪਨ ਧਾਰਨ ਕਰ ਜਾਂਦੇ ਆ ਕਿ ਅੱਜ ਨਹੀਂ ਕੱਲ੍ਹ ਸੀ, ਕੱਲ੍ਹ ਨਹੀਂ ਪਰਸੋਂ ਸੀ, ਸੋ ਇਸ ਤਰ੍ਹਾਂ ਉਹ ਆਪਣੀ ਮੰਜ਼ਿਲ ਤੋਂ ਖੁੰਝ ਜਾਂਦੇ ਆ ਅਤੇ ਫਿਰ ਉਹ ਭਟਕਣਾਂ ਦੇ ਵਿੱਚ ਪੈ ਜਾਂਦੇ ਆ। ਫਿਰ ਉਹਨਾਂ ਦੀ ਮੰਜ਼ਿਲ ਜਿਹੜੀ ਹੈਗੀ ਆ ਉਹ ਨੇੜੇ ਹੋਣ ਦੀ ਬਜਾਏ ਦਿਨੋਂ ਦਿਨ ਦੂਰ ਹੋ ਜਾਂਦੀ ਆ ਅਤੇ ਉਹ ਆਪਣਾ ਜਿਹੜਾ ਮਨੁੱਖਾ ਜਨਮ ਆ ਇਸੇ ਘੁੰਮਣ ਘੇਰੀ ਦੇ ਵਿੱਚ ਗਵਾ ਦਿੰਦੇ ਆ। ਸੋ ਜ਼ਰੂਰੀ ਹੈਗਾ ਕਿ ਸਾਨੂੰ ਵੀ ਜਿਹੜੀ ਹੈ ਉਹ ਮਹਾਂਪੁਰਖਾਂ ਦਾ ਜੋ ਨਿਯਮ ਕਾਨੂੰਨ ਹੈਗਾ ਉਸ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ ਹੈਗਾ। ਸੋ ਜਿਸ ਤਰ੍ਹਾਂ ਦਾ ਕਿਸੇ ਵੀ ਧਰਮ ਦੇ ਪਿਆਰੇ ਨੂੰ ਜਿਸ ਤਰ੍ਹਾਂ ਦਾ ਕੋਈ ਨਿਯਮ ਕਾਨੂੰਨ ਹੈਗਾ ਉਸ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਕੇ ਆਪਣਾ ਇਹ ਲੋਕ ਅਤੇ ਪ੍ਰਲੋਕ ਸਹੇਲਾ ਬਣਾਉਣਾ ਚਾਹੀਦਾ ਹੈ। ਸੋ ਦਾਸ ਇੰਨੇ ਹੀ ਬਚਨ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।